दोस्तों सत श्री अकाल नमस्कार आदाब ਵਰਜੇ ਸੁਰਿੰਦਰ ਮਚਾਕੀ ਲਾਈਵ ਪਰਤ ਦਰ ਪਰਤ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਜੀ ਆਇਆਂ ਨੂੰ ਖੁਸ਼ ਆਮਦੀਦ ਵੈਲਕਮ। ਦੋਸਤੋ ਮੁਲਕ ਵਿਆਪੀ ਕਿਸਾਨ ਸੱਤਿਆਗ੍ਰਹਿ ਦਾ ਅੱਜ ਦੂਜਾ ਦਿਨ ਹੈ। ਕੱਲ੍ਹ ਮੁਲਕ ਭਰ ਦੇ ਵਿੱਚ ਅਤੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਰੇਲਾਂ ਰੋਕੀਆਂ ਗਈਆਂ ਅਤੇ ਅੱਜ ਭਾਰਤ ਬੰਦ ਅਤੇ ਪੰਜਾਬ ਦੇ ਵਿੱਚ ਪੰਜਾਬ ਬੰਦ ਦਾ ਸੱਦਾ ਸੀ। ਪੰਜਾਬ ਦੇ ਵਿੱਚ 31-32 ਕਿਸਾਨ ਯੂਨੀਅਨਾਂ ਨੇ ਇਹ ਸੱਦਾ ਦਿੱਤਾ ਗਿਆ ਔਰ ਹੁਣ ਤੱਕ ਦੀਆਂ ਜੋ ਖਬਰਾਂ ਸਾਹਮਣੇ ਆਈਆਂ ਨੇ ਉਹਨਾਂ ਮੁਤਾਬਕ ਪੰਜਾਬ ਬੰਦ ਪੂਰੀ ਤਰ੍ਹਾਂ ਸਫਲ ਰਿਹਾ। ਸਮਾਜ ਦੇ ਵੱਖ-ਵੱਖ ਵਰਗਾਂ, ਵੱਖ-ਵੱਖ ਕਾਰੋਬਾਰੀਆਂ, ਮਜ਼ਦੂਰਾਂ ਔਰ ਮੁਲਾਜ਼ਮਾਂ ਵੱਲੋਂ ਆਸ ਤੋਂ ਵੱਧ ਹੁੰਗਾਰਾ ਪੰਜਾਬ ਬੰਦ ਨੂੰ ਮਿਲਿਆ। ਇਸ ਦਾ ਵੱਡਾ ਸ਼ਾਇਦ ਕਾਰਨ ਇਹੋ ਸੀ ਕਿ ਪੰਜਾਬ ਦੀ ਬਹੁਤ ਵੱਡੀ ਬਹੁ ਗਿਣਤੀ ਨੇ ਇਹ ਮਹਿਸੂਸ ਕਰ ਲਿਆ ਕਿ ਇਹ ਜਿਹੜੇ ਪ੍ਰਸਤਾਵਿਤ ਖੇਤੀ ਸੋਧ ਬਿੱਲ ਨੇ, ਬਿਜਲੀ ਸੋਧ ਬਿੱਲ ਹੈ, ਲੇਬਰ ਕਾਨੂੰਨ ਸੋਧ ਬਿੱਲ ਹੈ, ਇਹ ਇਕੱਲੇ ਕਿਸਾਨੀ ਨਾਲ ਜਾਂ ਕਿਸੇ ਹੋਰ ਵਿਸ਼ੇਸ਼ ਵਰਗ ਨਾਲ ਸੰਬੰਧਿਤ ਨਹੀਂ। ਸਮੁੱਚੇ ਰੂਪ ਦੇ ਵਿੱਚ ਇਹ ਜੇ ਪੇਂਡੂ ਭਾਈਚਾਰੇ ਨਾਲ ਸੰਬੰਧਿਤ ਨੇ, ਪੇਂਡੂ ਅਰਥਚਾਰੇ ਨਾਲ ਸੰਬੰਧਿਤ ਨੇ ਔਰ ਪੇਂਡੂ ਭਾਈਚਾਰੇ ਅਤੇ ਪੇਂਡੂ ਅਰਥਚਾਰੇ ਦਾ ਪੰਜਾਬ ਦੇ ਸਮਾਜਿਕ ਜਨ ਜੀਵਨ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ। ਪੇਂਡੂ ਆਰਥਿਕਤਾ ਪੰਜਾਬ ਦੀ ਆਰਥਿਕਤਾ ਦਾ ਧੁਰਾ ਹੈ। ਉਵੇਂ ਜਿਵੇਂ ਮੁਲਕ ਦੀ ਆਰਥਿਕਤਾ ਦਾ ਖੇਤੀ ਇੱਕ ਵੱਡਾ ਧੁਰਾ ਹੈ। ਮੁਲਕ ਦੀ GDP ਮਨਫੀ 23.9% 'ਤੇ ਪਹੁੰਚ ਗਈ ਹੈ ਔਰ ਚੰਗੀ ਗੱਲ ਇਹ ਹੈ ਕਿ ਖੇਤੀ ਦੀ ਜਿਹੜੀ GDP ਹੈ ਉਹ ਲਗਭਗ 4% 'ਤੇ ਬਣੀ ਹੋਈ ਹੈ, ਜਿਹਨੇ ਮੁਲਕ ਦੀ ਆਰਥਿਕਤਾ ਨੂੰ ਵੱਡਾ ਠੁੰਮਣਾ ਦਿੱਤਾ ਹੋਇਆ। ਔਰ ਇਹ ਜਿਹੜੇ ਸੋਧ ਬਿੱਲ ਨੇ ਇਹ ਕਿਸਾਨੀ ਵਾਸਤੇ ਮੌਤ ਦੇ ਵਾਰੰਟ ਨੇ। ਇਸ ਮੁੱਦੇ 'ਤੇ ਬਹੁਤ ਡਿਟੇਲ ਬਹਿਸ ਹੋ ਚੁੱਕੀ ਹੈ ਔਰ ਬਹਿਸ ਮੁਲਕ ਵਿਆਪੀ ਜਾਰੀ ਹੈ। ਅੱਜ ਜੋ ਦੇਖਣ ਨੂੰ ਮਿਲਿਆ ਕਾਫੀ ਸੋਚ ਵਿਚਾਰ ਕਰਨ ਵਾਲਾ ਵੀ ਹੈ ਅਤੇ ਕਾਫੀ ਉਤਸ਼ਾਹਜਨਕ ਵੀ ਹੈ। ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ, ਸਮਾਜ ਦੇ ਵੱਖ-ਵੱਖ ਵਰਗਾਂ ਦੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ, ਖਾਸ ਕਰਕੇ ਮੁਲਾਜ਼ਮਾਂ ਦੀ ਸ਼ਮੂਲੀਅਤ ਇਸ ਪੱਖੋਂ ਵੀ ਚਰਚਾਯੋਗ ਹੈ, ਅਹਿਮੀਅਤ ਰੱਖਦੀ ਹੈ ਕਿ ਅਕਸਰ ਹੀ ਜਦੋਂ ਦਫ਼ਤਰਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ ਅਤੇ ਲੋਕਾਂ ਦੀ ਸ਼ਿਕਾਇਤ ਦਾ ਨਜ਼ਲਾ ਹੇਠਲੇ ਮੁਲਾਜ਼ਮਾਂ ਤੋਂ ਡਿੱਗਦਾ। ਸੁਭਾਵਿਕ ਹੈ ਕਿਉਂਕਿ ਸਭ ਤੋਂ ਪਹਿਲਾਂ ਲੋਕਾਂ ਦਾ ਵਾ ਮੁਲਾਜ਼ਮਾਂ 'ਤੇ ਪੈਂਦਾ। ਜਿੱਥੇ ਕੋਈ ਮੁਲਾਜ਼ਮ ਚੰਗੀ ਸਮਾਜਿਕ ਸੋਚ ਰੱਖਦਾ ਉੱਥੇ ਤਜਰਬਾ ਸਿਖਾਵਾਂ ਵੀ ਹੋ ਸਕਦਾ, ਨਹੀਂ ਬੜਾ ਮਾੜਾ ਵਤੀਰਾ। ਔਰ ਜਿਹੜਾ ਲੋਕ ਮੁਲਾਜ਼ਮ ਏਕਤਾ ਦੇ ਰਾਹ ਵਿੱਚ ਬੜਾ ਵੱਡਾ ਰੁਕਾਵਟ ਹੈ। ਇਲਾਵਾ ਇਸ ਤੋਂ ਲੇਖਕਾਂ, ਦਾਨਸ਼ਵਰਾਂ, ਬੁੱਧੀਜੀਵੀਆਂ, ਬੁੱਧੀਮਾਨਾਂ, ਗੀਤਕਾਰਾਂ, ਕਲਾਕਾਰਾਂ, ਇੱਥੋਂ ਤੱਕ ਟੈਕਸੀ ਡਰਾਈਵਰਾਂ, ਦੋਧੀਆਂ, ਜੁੱਤੀ ਗੰਢਣ ਵਾਲਿਆਂ, ਪੌਕਰ ਮਾਰਨ ਵਾਲੇ, ਝਾੜੂ ਮਾਰਨ ਵਾਲੇ, ਮੈਂ ਕਿਹਦਾ ਨਾਮ ਲਵਾਂ, ਸਮਾਜ ਦੇ ਹਰ ਵਰਗ ਦੀ ਅੱਜ ਇਸ ਬੰਦ ਦੇ ਵਿੱਚ ਸ਼ਮੂਲੀਅਤ ਨਿੱਜੀ ਰੂਪ 'ਚ ਵੀ ਮੈਂ ਦੇਖੀ। ਔਰ ਇੱਕ ਹੋਰ ਗੱਲ ਜਿਹੜੀ ਅਹਿਮ ਹੈ ਕਿ ਅੱਜ ਕਿਸਾਨਾਂ ਤੋਂ ਇਲਾਵਾ ਪੰਜਾਬ ਦੇ ਵਿੱਚ
ਅਕਾਲੀ ਦਲ ਵੱਲੋਂ ਵੀ ਧਰਨੇ ਦਿੱਤੇ ਗਏ। ਕਿਹਾ ਗਿਆ ਕਿ ਚੱਕਾ ਜਾਮ ਕੀਤਾ ਗਿਆ। ਹਾਲਾਂਕਿ ਜਦੋਂ ਪੰਜਾਬ ਸਮੁੱਚੇ ਰੂਪ 'ਚ ਬੰਦ ਹੈ ਤੇ ਫਿਰ ਚੱਕਾ ਜਾਮ ਕਾਹਦਾ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵੀ ਜ਼ਿਲ੍ਹਾ ਪੱਧਰ 'ਤੇ ਧਰਨੇ ਦਿੱਤੇ। ਬੈਂਸ ਬ੍ਰਦਰ ਨੇ ਸ਼ੰਭੂ ਵਾਲੇ ਬੈਰੀਅਰ 'ਤੇ ਜਲ ਤੋਪਾਂ ਦੀ ਸਲਾਮੀ ਲਈ। ਯੂਥ ਕਾਂਗਰਸੀਆਂ ਨੇ ਵੀ ਇਹੋ ਹੀ ਵਤੀਰਾ ਝੱਲਿਆ। ਕਹਿਣਾ ਮੈਂ ਇਹ ਚਾਹੁੰਦਾ ਕਿ ਜਿੱਥੇ ਕਿਸਾਨੀ ਇਸ ਸੰਘਰਸ਼ ਨੂੰ ਜਿਉਣ ਮਰਨ ਦਾ ਸਵਾਲ ਸਮਝ ਕੇ ਲੜ ਰਹੀ ਹੈ, ਉੱਥੇ ਪੋਲੀਟੀਕਲ ਪਾਰਟੀਆਂ, ਰਾਜਨੀਤਿਕ ਪਾਰਟੀਆਂ ਇਹਨੂੰ ਪੋਲੀਟੀਕਲ ਅੰਡਰਲਾਈਨ ਵੀ ਇਹਦੇ ਹੇਠਾਂ ਖਿੱਚ ਰਹੀਆਂ ਨੇ। ਸੁਭਾਵਿਕ ਹੈ ਕਿ ਉਹਨਾਂ ਨੂੰ ਮਿਸ਼ਨ 22 ਦਿਖਦਾ ਅਤੇ ਮਿਸ਼ਨ 22 ਦੇ ਵਿੱਚ ਕਿਸਾਨੀ ਇੱਕ ਅਹਿਮ ਫੈਕਟਰ ਹੈ, ਕਿਸਾਨੀ ਇੱਕ ਅਹਿਮ ਵੋਟ ਹੈ। ਮੁੱਦਾ ਜਿਹੜਾ ਮੈਨੂੰ ਸਭ ਤੋਂ ਇਸ ਸੱਦੇ 'ਚ ਉਭਰਮਨ ਲੱਗਿਆ, ਅੱਜ ਸਫਲਤਾਪੂਰਵਕ ਇਹ ਐਕਸ਼ਨ ਸਿਰੇ ਚੜ੍ਹ ਗਿਆ। ਕੱਲ੍ਹ ਨੂੰ ਰੇਲ ਰੋਕੂ ਦਿਹਾੜਾ ਫਿਰ ਜਥੇਬੰਦੀਆਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਆਪਣਾ ਵਤੀਰਾ ਨਾ ਬਦਲਿਆ, ਕਿਸਾਨਾਂ ਅਤੇ ਲੋਕਾਂ ਦੀ ਆਵਾਜ਼ ਸੁਣ ਕੇ ਇਹ ਸੋਧ ਬਿੱਲ ਵਾਪਸ ਨਾ ਲਏ, ਤਾਂ 1 ਅਕਤੂਬਰ ਨੂੰ ਫਿਰ ਮੁਲਕ ਦੇ ਵਿੱਚ ਰੇਲ ਰੋਕੀਆਂ ਜਾਣਗੀਆਂ। ਇਹ ਤਾਂ ਸੀ 25 ਤੋਂ ਅੱਗੇ ਕੀ। ਇੱਕ ਅਹਿਮ ਮੁੱਦੇ ਵੱਲ ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਕਿਸਾਨੀ ਦਾ ਸੰਕਟ, ਜਿਹਨੂੰ ਕਈ ਵਿਦਵਾਨ, ਕਈ ਚਰਚਾਕਾਰ ਖੇਤੀ ਦਾ ਸੰਕਟ ਵੀ ਕਹਿ ਦਿੰਦੇ ਨੇ। ਦਰਅਸਲ ਖੇਤੀ ਦਾ ਸੰਕਟ ਨਹੀਂ, ਕਿਸਾਨੀ ਦਾ ਸੰਕਟ ਹੈ। ਇਹ ਕਿਸਾਨੀ ਦਾ ਸੰਕਟ ਕੀ ਇਹਨਾਂ ਬਿੱਲਾਂ ਦਾ ਮਥਾਜ ਹੈ। ਜੇ ਸੋਧ ਬਿੱਲ ਵਾਪਸ ਹੋ ਜਾਂਦੇ ਨੇ ਤਾਂ ਫਿਰ ਕਿਸਾਨੀ ਦਾ ਸੰਕਟ ਹੱਲ ਹੋ ਜਾਏਗਾ। ਕਿਸਾਨੀ ਨੂੰ ਜੋ ਮੁਸ਼ਕਲਾਂ ਦਰਪੇਸ਼ ਨੇ ਉਹ ਹੱਲ ਹੋ ਜਾਣਗੀਆਂ। ਮੇਰੇ ਖਿਆਲ 'ਚ ਇੱਦਾਂ ਨਹੀਂ, ਕਿਉਂਕਿ ਕਿਸਾਨੀ ਦਾ ਸੰਕਟ ਇੱਕ ਅਕੈਰੀ ਪਰਤ ਦਾ ਸੰਕਟ ਨਹੀਂ, ਇਹ ਸਮੁੱਚੇ ਖੇਤੀ ਵਿਕਾਸ ਮਾਡਲ ਨਾਲ ਸੰਬੰਧਿਤ ਹੈ। ਅਤੇ ਖੇਤੀ ਵਿਕਾਸ ਮਾਡਲ ਸਮੁੱਚੇ ਮੁਲਕ ਦੇ ਵਿਕਾਸ ਮਾਡਲ ਦਾ ਇੱਕ ਹਿੱਸਾ ਹੈ। ਹਰੀ ਕ੍ਰਾਂਤੀ ਤੋਂ ਲੈ ਕੇ ਹੁਣ ਤੱਕ ਖੇਤੀ ਵਿਕਾਸ ਮਾਡਲ ਦੇ ਵਿੱਚ ਜੋ ਮੋੜ ਆਏ, ਜੋ ਵਾਧੇ ਘਾਟੇ ਹੋਏ, ਅੱਜ ਉਹ ਇੱਕ ਟ੍ਰੈਜੀਕਲ ਇੱਕ ਤਰਾਸਦਿਕ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਹੇ ਨੇ। ਔਰ ਇਹਦੇ ਨਾਲ ਅਤੇ ਇਹਦਾ ਹੱਲ ਵੀ ਇਸ ਖੇਤੀ ਵਿਕਾਸ ਮਾਡਲ ਨੂੰ ਬਦਲ ਕੇ ਨਵੇਂ ਵਿਕਾਸ ਮਾਡਲ ਦੀ ਤਲਾਸ਼ ਨਾਲ ਪੂਰਾ ਹੋਣਾ ਹੈ। ਅਤੇ ਨਵਾਂ ਵਿਕਾਸ ਮਾਡਲ ਕੀ ਹੋਵੇ, ਬਹਿਸ ਇਸ 'ਤੇ ਹੋਣੀ ਚਾਹੀਦੀ ਹੈ। ਮੈਂ ਇਹ ਸਮਝਦਾ ਕਿ ਜਿਹੜਾ ਵਿਕਾਸ ਮਾਡਲ ਹੋਣਾ ਉਹ ਕੁਦਰਤ ਅਤੇ ਮਨੁੱਖ ਮੁਖੀ ਵਿਕਾਸ ਮਾਡਲ ਹੋਵੇ। ਖੇਤੀ ਦੀ ਗੱਲ ਕਰਾਂ, ਖੇਤੀ ਦੇ ਵਿੱਚ ਵੱਧ ਪੈਦਾਵਾਰ ਲੈਣ ਕਰਕੇ ਅਸੀਂ ਖੇਤੀ ਨੂੰ ਬਾਂਝ ਕਰ ਦਿੱਤਾ। ਪਾਣੀ ਅਤੇ ਧਰਤੀ, ਜਿਹਨੂੰ ਗੁਰਬਾਣੀ ਦੇ ਵਿੱਚ ਬਹੁਤ ਵੱਡੀ ਮਹੱਤਤਾ ਦਿੱਤੀ ਗਈ ਹੈ, ਅਸੀਂ ਸੁਬਾਹ ਸ਼ਾਮ ਜਦੋਂ ਗੁਰਬਾਣੀ ਦਾ ਪਾਠ ਕਰਦੇ ਹਾਂ, ਇਸ ਸੰਕਲਪ ਨੂੰ ਵੀ ਗੁਰਬਾਣੀ ਦੇ ਨੂੰ ਸੰਬੋਧਨ ਹੁੰਦੇ ਆ, ਪਰ ਅਸੀਂ ਕੁਦਰਤੀ ਸੋਮੇ ਸਾਰੇ ਪਲੀਤ ਕਰ ਦਿੱਤੇ ਨੇ। ਤਾਂ ਇਹਦੇ ਵਿੱਚ ਇੱਕ ਬਦਲਵਾਂ ਮਾਡਲ ਕੀ ਹੋਵੇ, ਕੀ ਕੁਦਰਤੀ ਖੇਤੀ ਜਿਹਨੂੰ ਜ਼ੀਰੋ ਖਰਚ ਕਿਹਾ ਜਾਂਦਾ, ਜਾਂ ਸੀਮਤ ਕੁਦਰਤੀ ਖੇਤੀ। ਇਹਦੇ 'ਤੇ ਇੱਕ ਬਹਿਸ ਮੁਲਕ ਵਿਆਪੀ ਹੋਣੀ ਚਾਹੀਦੀ ਹੈ। ਦੂਸਰੀ ਗੱਲ, ਇੱਕ ਜਿਹੜਾ ਇਹਦਾ ਨਵਾਂ ਵਿਕਾਸ ਮਾਡਲ ਜੋ ਸੁਝਾਇਆ ਜਾ ਰਿਹਾ, ਜੋ ਇਹਨਾਂ ਇੱਕ ਸੋਧ ਬਿੱਲਾਂ ਦੇ ਵਿੱਚ ਹਿੱਸਾ ਹੈ, ਉਹ ਹੈ ਕਾਰਪੋਰੇਟ ਫਾਰਮਿੰਗ, ਕੰਟਰੈਕਟ ਫਾਰਮਿੰਗ। ਹੁਣ ਕੰਟਰੈਕਟ ਫਾਰਮਿੰਗ ਪਿਛਲੇ ਸਮੇਂ 13 'ਚ ਪੰਜਾਬ ਵਿੱਚ ਵੀ ਹੋਇਆ। ਪੰਜਾਬ ਸਰਕਾਰ ਨੇ ਬਿੱਲ ਪਾਸ ਕੀਤਾ, ਯਤਨ ਹੋਏ, ਪਰ ਉਹ ਕਾਮਯਾਬ ਨਹੀਂ ਹੋਇਆ। ਉਹਦੇ ਬਹੁਤ ਸਾਰੇ ਕਾਰਨ ਸੀ
ਤੇ ਉਹ ਕਾਰਨਾਂ 'ਤੇ ਵਿਚਾਰ ਕਰਨੀ ਬਣਦੀ ਹੈ। ਤੇ ਜਿੱਥੋਂ ਤੱਕ ਕਾਰਪੋਰੇਟ ਫਾਰਮਿੰਗ ਹੈ, ਉਹ ਖੇਤੀ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢ ਕੇ ਬੇਜ਼ਮੀਨੇ ਮਜ਼ਦੂਰਾਂ ਵੱਲ ਧੱਕਣ ਦਾ ਕਾਰਨ ਬਣ ਸਕਦੀ ਹੈ। ਹਜ਼ਾਰਾਂ ਏਕੜਾਂ ਦਾ ਇੱਕ ਫਾਰਮ ਜਿਹੜਾ ਇੱਕ ਕਾਰਪੋਰੇਟ ਹੀ ਚਲਾ ਸਕਦਾ। ਕੀ ਬੀਜਣਾ, ਕਿਵੇਂ ਬੀਜਣਾ, ਕਿਹੜੇ ਬੀਜ ਵਰਤਣੇ, ਕਿਹੜੀ ਰੇਹਾਂ ਵਰਤਣੀਆਂ, ਕਿਹੜੀ ਪੈਸਟੀਸਾਈਡਸ ਵਰਤਣੀ, ਇਹ ਸਾਰਾ ਕੁਛ ਤੈਅ ਕਾਰਪੋਰੇਟ ਘਰਾਣੇ ਕਰਨਗੇ। ਕਿਸਾਨ ਸਿਰਫ ਉਹਦੀ ਵਾਹੀ ਕਰੇਗਾ, ਦੇਖਭਾਲ ਕਰੇਗਾ, ਅਤੇ ਜੋ ਮੁੱਲ ਤੈਅ ਹੋਇਆ ਉਹ ਸਾਰਾ ਕੁਛ ਸਾਹਮਣੇ ਆ। ਮੈਂ ਇਹਦੇ ਬਦਲਵੇਂ ਰੂਪ 'ਚ ਗੱਲ ਕਰਨੀ ਚਾਹੁੰਦਾ। ਸਾਨੂੰ ਕਾਰਪੋਰੇਟ ਫਾਰਮਿੰਗ ਦੀ ਲੋੜ ਨਹੀਂ, ਸਾਨੂੰ ਕੋਆਪਰੇਟਿਵ ਫਾਰਮਿੰਗ ਦੀ ਲੋੜ ਹੈ। ਰੂਸ ਇਸ ਦੀ ਬੜੀ ਤਕੜੀ ਮਿਸਾਲ ਹੈ। ਛੋਟੇ ਛੋਟੇ ਪਿੰਡਾਂ ਦੇ ਵਿੱਚ 100-200 ਏਕੜ ਦੇ ਸਾਂਝੇ ਕੋਆਪਰੇਟਿਵ ਫਾਰਮਿੰਗ ਖੇਤੀ ਦਾ ਤਜਰਬਾ ਕਰਨਾ ਬਣਦਾ। ਸਾਊਥ ਦੇ ਵਿੱਚ ਕਈ ਥਾਵਾਂ 'ਤੇ ਹੈਗਾ। ਸਾਨੂੰ ਇਸ ਵਿਕਾਸ ਮਾਡਲ ਵੱਲ ਮੁੜਨ ਦੀ ਸੰਭਾਵਨਾ ਵੇਖਣੀਆਂ ਚਾਹੀਦੀਆਂ। ਸਾਡੀ ਕਿਸਾਨ ਜਥੇਬੰਦੀਆਂ ਨੂੰ ਇਹਦੇ 'ਤੇ ਇੱਕ ਵਿਸ਼ਾਲ ਸਟੱਡੀ ਕਰਾਉਣੀ ਚਾਹੀਦੀ ਹੈ। ਦੂਜੀ ਗੱਲ, ਜਿਹੜੇ ਇਹ ਖੇਤੀ ਬਿੱਲ ਪਾਸ ਹੋ ਰਹੇ ਨੇ, ਇਹ ਅਸਲ ਦੇ ਵਿੱਚ ਇਹਦੀ ਧੁੱਸ ਕੀ ਹੈ? ਧੁੱਸ ਇਹਦੀ ਸਾਡੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਜਾਂ ਸੂਬਿਆਂ ਅਤੇ ਕੇਂਦਰ ਦੇ ਆਪਸੀ ਸੰਬੰਧਾਂ ਦੇ ਵਿੱਚ ਪਈ ਹੈ। ਸਾਡੇ ਸੰਵਿਧਾਨ ਨੇ ਸੰਘੀ ਢਾਂਚੇ ਦਾ ਸੰਕਲਪ ਲੈਂਦਿਆਂ ਬਿਨਾਂ ਸ਼ੱਕ ਰਾਜ ਕੇਂਦਰ ਦੇ ਕੰਮਕਾਰਾਂ ਦੀ ਵੰਡ ਕੀਤੀ ਹੋਈ ਹੈ। ਕੁਛ ਕੰਮ ਕੇਂਦਰ ਦੇ ਅਤੇ ਕੁਛ ਰਾਜ ਸਰਕਾਰਾਂ ਦੇ ਅਤੇ ਕੁਛ ਦੋਵਾਂ ਦੇ ਹਿੱਸੇ ਪਾਏ ਹੋਏ ਨੇ। ਪਰ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਇਹੋ ਜਿਹੇ ਜਿਹੜੇ ਬੜੀ ਤੇਜ਼ੀ ਨਾਲ ਯਤਨ ਹੋਏ ਕਿ ਰਾਜਾਂ ਦੇ ਅਧਿਕਾਰ ਖੋਏ ਗਏ, ਕੇਂਦਰ ਦੇ ਅਧਿਕਾਰਾਂ ਦੇ ਵਿੱਚ ਵਾਧਾ ਹੁੰਦਾ ਗਿਆ। ਗੱਲ ਕੇਂਦਰੀਕਰਨ 'ਤੇ ਪਹੁੰਚ ਗਈ। ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕੇਂਦਰੀਕਰਨ ਹੋਇਆ। ਆਰਥਿਕ ਮਾਮਲੇ, ਪੰਜਾਬ ਦੇ ਆਰਥਿਕ ਸੋਰਸ ਜਿਹੜੇ ਸੀ ਉਹ GST ਨੇ ਖੋਲ੍ਹੇ। ਹੋਰ ਵੀ ਕਈ ਦੇ ਮਾਮਲੇ ਦੀ ਆਪਾਂ ਮਿਸਾਲ ਦੇ ਸਕਦੇ ਹਾਂ। ਅਤੇ ਗੱਲ ਪੰਜਾਬੀ 'ਚ ਕਹਾਵਤ ਆ ਸਾਡੇ, ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਲੜਾਈ ਰਾਜਾਂ ਦੇ ਵੱਧ ਅਧਿਕਾਰ ਨੂੰ ਵੀ ਦੇਣੀ ਬਣਦੀ ਹੈ। ਦੂਸਰੀ ਗੱਲ ਇਹਦੇ ਨਾਲ ਇੱਕ ਹੋਰ ਜੁੜਦੀ ਕਿ ਖੇਤੀ ਨਾਲ ਹੋਰ ਸੰਬੰਧਿਤ ਮਸਲੇ, ਜਿਸ ਤਰ੍ਹਾਂ ਪਾਣੀਆਂ ਦਾ ਮਸਲਾ ਹੈ, ਸਾਡੇ ਪਾਣੀ ਦੇ ਹੈਡਵਰਕਸ ਦਾ ਮਸਲਾ ਹੈ, ਇਹ ਸਾਰੀ ਗੱਲ ਇਹ 'ਤੇ ਵੀ ਸਾਨੂੰ ਲੜਾਈ ਲੜਨੀ ਪੈਣੀ ਹੈ। ਦੂਸਰੀ ਗੱਲ ਇਹਦੇ ਨਾਲ ਇੱਕ ਹੋਰ ਜੁੜਦੀ ਕਿ ਜਿਵੇਂ ਹਰੀ ਕ੍ਰਾਂਤੀ ਨੂੰ ਇੱਕ ਬਦਲਵੇਂ ਮਾਡਲ ਵਜੋਂ ਵਿਕਸਿਤ ਕਰਨ ਵਾਸਤੇ ਸਰਕਾਰਾਂ ਨੇ ਬੜਾ ਜ਼ੋਰ ਲਾਇਆ, ਬਹੁਤ ਸਾਰੀ ਇਨਵੈਸਟਮੈਂਟ ਕੀਤੀ, ਬਹੁਤ ਸਾਰੇ ਖਰਚਾ ਕੀਤਾ। ਅਤੇ ਉਸੇ ਤਰ੍ਹਾਂ ਇਸ ਜਿਹੜਾ ਹੁਣ ਇੱਕ ਹਰੀ ਕ੍ਰਾਂਤੀ ਜਾਂ ਸਬਜ਼ੀ ਇਨਕਲਾਬ ਦਾ ਜਿਹੜਾ ਮਾਡਲ ਹੈ, ਜਿਹਨੇ ਕਿਸਾਨੀ ਨੂੰ ਵੱਡੇ ਸੰਕਟ 'ਚ ਪਾਇਆ। ਕਿਸਾਨੀ ਕਰਕੇ ਜਿਹੜਾ ਸਮੁੱਚਾ ਸਮਾਜ ਇੱਕ ਵੱਡੇ ਸੰਕਟ ਵਿੱਚੋਂ ਗੁਜ਼ਰ ਰਿਹਾ, ਅਤੇ ਇਹ ਸੰਕਟ ਵਿੱਚੋਂ ਕੱਢਣ ਦੀ ਜ਼ਿੰਮੇਵਾਰੀ ਵੀ ਹੁਣ ਰਾਜ ਸਰਕਾਰ, ਕੇਂਦਰ ਸਰਕਾਰ ਦੀ ਬਣਦੀ ਹੈ। ਉਹ ਬਦਲਵੇਂ ਮਾਡਲ ਦੇ ਰੂਪ 'ਚ ਇਹਨੂੰ ਬਦਲਵਾਂ ਮਾਡਲ ਰੱਖਣ ਵਾਸਤੇ ਇਹ 'ਤੇ ਵੱਡੇ ਪੱਧਰ 'ਤੇ ਇਨਵੈਸਟਮੈਂਟ ਕਰੇ। ਅਤੇ ਇਹਦੇ ਵਜੋਂ ਜਿਹੜੀ ਕਣਕ ਅਤੇ ਝੋਨਾ ਰਵਾਇਤੀ ਜਿਹੜੀਆਂ ਸਾਡੀਆਂ ਫਸਲਾਂ ਨੇ, ਉਸ ਫਸਲਾਂ ਤੋਂ ਮੋੜਾ ਕੱਟਣ ਵਾਸਤੇ ਗੈਰ ਰਵਾਇਤੀ ਫਸਲਾਂ, ਕੈਸ਼ ਕਰੋਪਸ ਨੂੰ ਜਿਹੜਾ ਹੈਗਾ ਉਤਸ਼ਾਹ ਕਰਨ ਵਾਸਤੇ ਜ਼ੋਰ ਦਿੱਤਾ ਜਾਵੇ। ਇੱਕ ਤਾਂ ਇਹ ਕਿ ਪੰਜਾਬ ਦੇ ਵਿੱਚ ਇਹਦੇ ਵਾਸਤੇ ਖੋਜ ਕੇਂਦਰ ਸਥਾਪਿਤ ਕੀਤੇ ਜਾਣ, ਜਿਹੜੀ ਯੂਨੀਵਰਸਿਟੀ ਐਗਰੀਕਲਚਰ ਉਹਨੂੰ ਮਜ਼ਬੂਤ ਕੀਤਾ ਜਾਵੇ, ਉਹਦੀ ਇਹ ਬਜਟ ਵਧਾਇਆ ਜਾਵੇ, ਪੋਸਟਾਂ ਪੂਰੀਆਂ ਕੀਤੀਆਂ ਜਾਣ, ਟੈਕਨੋਲੋਜੀ ਦਿੱਤੀ ਜਾਵੇ, ਉੱਥੋਂ ਦੀਆਂ ਖੋਜਾਂ ਨੂੰ ਉਤਸ਼ਾਹ ਕੀਤਾ ਜਾਵੇ, ਇਹਦੇ ਵਾਸਤੇ ਵਧੇਰੇ ਫੰਡ ਦਿੱਤੇ ਜਾਣ। ਅਤੇ ਜਿਹੜੀ ਬਦਲਵੀਆਂ ਫਸਲਾਂ ਨੇ, ਮਸਲਨ ਮੱਕੀ ਦੀ ਗੱਲ ਕਰ ਲਾਂ, ਗੰਨੇ ਦੀ ਗੱਲ ਕਰ ਲਈਏ, ਓਇਲ ਸੀਡਸ ਦੀ ਗੱਲ ਕਰ ਲਈਏ, ਨਰਮੇ ਦੀ ਗੱਲ ਕਰ ਲਈਏ, ਕਾਟਨ ਜਿਹਨੂੰ ਬੈਲਟ ਕਹਿੰਦੇ ਹਾਂ ਅਸੀਂ, ਫਿਰ ਅਸੀਂ ਹਾਰਟੀਕਲਚਰ ਦੀ ਗੱਲ ਕਰ ਲਈਏ, ਬਹੁਤ ਸਾਰੀਆਂ ਸੰਭਾਵਨਾ ਮੌਜੂਦ ਨੇ ਖੇਤੀ ਦੇ ਬਦਲਵੇਂ ਵਿਕਾਸ ਮਾਡਲ ਲਈ। ਤਾਂ ਫਿਰ ਸਵਾਲ ਖੜ੍ਹਾ ਹੁੰਦਾ ਕਿ ਇਹ ਡਿਵੈਲਪ ਕਿਉਂ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ? ਇਹਦਾ ਵੱਡਾ ਕਾਰਨ ਇਹਦਾ ਇਹ ਹੈ ਕਿ ਇਹਦੇ ਵਾਸਤੇ ਪ੍ਰੋਪਰ ਮਾਰਕੀਟਿੰਗ ਨਹੀਂ, ਅਤੇ ਮਾਰਕੀਟਿੰਗ ਦੇ ਨਾਲ ਇਹਦੀ ਪ੍ਰੋਪਰ ਪ੍ਰਾਈਜ਼ ਕੰਟਰੋਲ ਨਹੀਂ, ਕੁਆਲਿਟੀ ਕੰਟਰੋਲ ਨਹੀਂ। ਮਸਲਨ ਤੌਰ 'ਤੇ ਮੱਕੀ ਦਾ ਰੇਟ ਕਰੀਬ 1800 ਰੁਪਏ ਦੇ ਹੈਗਾ,
ਵਿਕ 950 ਤੋਂ ਲੈ ਕੇ 1200 ਰੁਪਏ ਕੁਇੰਟਲ ਤੱਕ ਰਹੀ ਹੈ। ਨਰਮੇ ਦਾ ਰੇਟ ਸ਼ਾਇਦ 5700 ਹੈ, 5707 ਕੇ 8 ਰੁਪਏ, ਵਿਕ 4500 ਰੁਪਏ ਰਿਹਾ। ਅਤੇ ਦਾਲਾਂ ਰੇਟ 6000 ਹੈ, ਵਿਕ 4000 ਰਹੀ ਹੈ। 23 ਜਿਹੜੇ ਖੇਤੀ ਪ੍ਰੋਡਕਟ ਨੇ ਜ਼ਰਾਇਤੀ ਪੈਦਾਵਾਰ ਹੈ, ਉਹਨਾਂ ਦੀ ਮਿਨੀਮਮ ਸਪੋਰਟਸ ਪ੍ਰਾਈਜ਼ ਮਿਥੀ ਹੋਈ ਹੈ, ਪਰ ਉਹ ਗਰੰਟਡ ਨਹੀਂ। ਗਰੰਟਡ ਸਿਰਫ 2 ਦੀ ਹੈ, ਝੋਨਾ ਅਤੇ ਕਣਕ, ਜਾਂ ਰਾਜਸਥਾਨ ਦੇ ਕੁਛ ਹਿੱਸਿਆਂ ਦੇ ਵਿੱਚ ਦਾਲਾਂ ਦੀ ਹੈ, ਕੁਛ ਹਿੱਸੇ ਦੇ ਵਿੱਚ ਕਪਾਹ ਦੀ ਵੀ ਹੈ। ਇਹ ਇਨਸ਼ੋਰਸ ਜਿਹੜੀ ਹੈਗੀ ਹੈ ਮੈਕਸਿਮਮ ਸਪੋਰਟਸ ਪ੍ਰਾਈਜ਼ ਮਿਥੀ ਜਾਣੀ ਜ਼ਰੂਰੀ ਹੈ, ਤਾਂ ਜੋ ਡਿਵਰਸੀਫਿਕੇਸ਼ਨ ਵੱਲ ਕਿਸਾਨੀ ਨੂੰ ਮੋੜਿਆ ਜਾਵੇ। ਪਾਣੀਆਂ ਦਾ ਮਸਲਾ ਵੀ ਇਸੇ ਤਰ੍ਹਾਂ ਹੱਲ ਹੋਵੇਗਾ। ਅਤੇ ਇਹਦੇ ਤੋਂ ਅਗਲੀ ਗੱਲ ਇੱਕ ਹੋਰ, ਕਿ ਜਿਹੜੀ ਮੈਕਸਿਮਮ ਸਪੋਰਟਸ ਪ੍ਰਾਈਜ਼ ਦੀ ਹੁਣ ਗੱਲ ਹੋ ਰਹੀ ਹੈ, ਕੇਂਦਰ ਸਰਕਾਰ ਦੇ ਬੁਲਾਰੇ ਇਸ ਖੇਤੀ ਸੋਧ ਬਿੱਲਾਂ ਦੇ ਵੱਡੇ ਪ੍ਰਚਾਰਕ ਵਕੀਲ, ਜਿਨ੍ਹਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਅਕਾਲੀ ਪਾਰਟੀ ਵੀ ਸੀ, ਉਹਦੇ ਸਪੋਕਸ ਪਰਸਨ ਸੀ, ਅੱਜ ਉਹ ਮੋੜਾ ਕੱਟ ਚੁੱਕੇ ਨੇ। ਉਹ ਇਹਦੀ ਵਕਾਲਤ ਕਰਦੇ ਨਹੀਂ ਥੱਕਦੇ ਕਿ ਜਿਹੜੀ MSP ਖਤਮ ਨਹੀਂ ਹੋਏਗੀ। ਕਿੱਥੇ ਲਿਖਿਆ ਆਰਡੀਨੈਂਸ ਦੇ ਵਿੱਚ? ਨਹੀਂ ਖਤਮ ਹੋਏਗੀ, ਆਰਡੀਨੈਂਸ ਨਹੀਂ ਲਿਖਿਆ। ਇੱਕ ਐਗਜ਼ੈਕਟਿਵ ਆਰਡਰ ਹੈ, ਪਰ ਕਿਸਾਨੀ ਦਾ ਤਜਰਬਾ ਬਿਹਾਰ ਹੈ, ਜਿੱਥੇ 2007 ਦੇ ਵਿੱਚ ਨਵਾਂ ਮੰਡੀਕਰਨ ਢਾਂਚਾ ਲਿਆਂਦਾ, ਅਤੇ ਉਹਦੇ ਵਿੱਚ ਅੱਜ ਜਿਹੜੀ MSP ਤੋਂ ਥੱਲੇ ਫਸਲਾਂ ਦੇ ਰੇਟ ਵਿਕ ਰਹੇ ਨੇ, ਦਿੱਤੇ ਜਾ ਰਹੇ ਨੇ। ਸਾਡੇ ਗੁਆਂਢੀ ਸੂਬਿਆਂ ਦੀ ਕਣਕ, ਝੋਨਾ ਪੰਜਾਬ 'ਚ ਆ ਕੇ ਵਿਕ ਰਿਹਾ, ਹਰਿਆਣੇ 'ਚ ਆ ਕੇ ਵਿਕ ਰਿਹਾ, ਕਿਉਂਕਿ ਇਹ 2 ਸੂਬੇ ਇਹੋ ਜਿਹੇ ਨੇ ਜਿਨ੍ਹਾਂ ਦੇ ਮਾਰਕੀਟਿੰਗ ਸਿਸਟਮ ਬੜਾ ਵੱਡੇ ਪੱਧਰ 'ਤੇ ਡਿਵੈਲਪ ਕਰ ਰਿਹਾ। ਔਰ ਇੱਥੇ ਇੰਸ਼ੋਰੈਂਸ 2 ਫਸਲਾਂ ਦੀ ਜਿਹੜੀ MSP ਮਿਲਦੀ ਹੈ। ਜੇ ਵਾਕਈ ਕੇਂਦਰ ਸਰਕਾਰ ਸਿੰਸੀਅਰ ਹੈ, ਵਾਕਈ ਜਿਵੇਂ ਉਹ ਕਹਿ ਰਹੀ ਹੈ ਕਿ ਅਸੀਂ ਕਿਸਾਨੀ ਹਮਦਰਦ ਹਾਂ, ਅਤੇ ਇਹ ਬਿੱਲ ਕਿਸਾਨੀ ਦੇ ਲਾਹੇਵੰਦ ਨੇ, ਤਾਂ ਫਿਰ ਇਹਦੇ ਵਿੱਚ ਇੱਕ ਸੋਧ ਕਰਕੇ ਇਹ ਲਾਈਨ ਪਾ ਦੇਣੀ ਚਾਹੀਦੀ ਹੈ ਕਿ ਕੋਈ ਵੀ ਜਿਹੜਾ ਪ੍ਰਾਈਵੇਟ ਪਲੇਅਰ ਹੈ, ਉਹਨੂੰ ਖਰੀਦ MSP ਦੇ ਥੱਲੇ ਨਹੀਂ ਕਰੇਗੀ, ਉਹ MSP ਤੋਂ ਉੱਪਰ ਕਰੇਗੀ। ਔਰ ਜੇ MSP ਤੋਂ ਥੱਲੇ ਕਰੇਗੀ ਤਾਂ ਇਹ ਕ੍ਰਿਮੀਨਲ ਅਫੈਂਸ ਹੋਏਗਾ। ਇਸੇ ਤਰ੍ਹਾਂ ਜਿਹੜੇ ਕੰਟਰੈਕਟ ਐਗਰੀਕਲਚਰ ਦਾ ਸਾਹਮਣਾ, ਇਹਦੇ ਵਿੱਚ ਜੁਡੀਸ਼ੀਅਲ ਅਪੀਲ ਸਿਸਟਮ ਖਤਮ ਕਰ ਰਿਹਾ, ਐਗਜ਼ੈਕਟਿਵ ਅਪੀਲ ਸਿਸਟਮ ਬਣਾਤਾ ਕਿ ਕਿਸਾਨ ਅਤੇ ਪਾਰਟੀ ਸਮਝੌਤਾ ਕਰਨਗੇ। ਜੇ ਕੋਈ ਡਿਸਪਿਊਟ ਖੜਾ ਹੁੰਦਾ SDM ਕੋਲੇ ਜਾਂ DC ਕੋਲੇ, ਹੱਲ ਹੋ ਗਿਆ ਠੀਕ, ਨਹੀਂ ਇੱਦਾਂ ਨਹੀਂ, ਕਿਉਂਕਿ ਜਿਹੜੇ ਪ੍ਰਾਈਵੇਟ ਪਲੇਅਰ ਨੇ ਬੜੇ ਪਾਵਰਫੁਲ ਨੇ। ਕਿਸਾਨ ਸੀਮਿਤ ਆਰਥਿਕ ਸਾਧਨਾਂ ਦੇ ਸੀਮਿਤ ਨੌਲੇਜ ਦਾ ਮਾਲਕ ਹੈ, ਉਹ ਉਹਨਾਂ ਦਾ ਬਾਹਰ ਨਹੀਂ ਵੇਚ ਸਕਦਾ। ਇਹਦੇ ਵਾਸਤੇ ਕਿਸਾਨ ਮੁਖੀ ਤਬਦੀਲੀਆਂ ਕਰਨੀਆਂ ਪੈਣਗੀਆਂ। ਮਿਸਾਲ ਦੇਣੀ ਚਾਹਾਂਗਾ, ਸਾਡੇ ਪੰਜਾਬ ਦੇ ਇੱਕ ਸ਼ਹਿਰ ਮਾਲਵੇ ਦੇ ਵਿੱਚ ਇੱਕ ਘਟਨਾ ਵਾਪਰੀ। ਬੈਂਕ ਦਾ ਇੱਕ ਡਿਸਪਿਊਟਡ ਕੇਸ ਸੀ ਲੋਨ ਦਾ, ਤਾਂ ਬੈਂਕ ਨੇ ਜਿਹੜਾ ਕੇਸ ਪੰਜਾਬ ਦੇ ਉਸ ਸ਼ਹਿਰ ਵਿੱਚ ਪਾਉਣ ਦੀ ਬਜਾਏ ਬੰਬਈ ਪਾ ਦਿੱਤਾ। ਔਰ ਜਿਹੜੀ ਡਿਫਾਲਟਰ ਪਾਰਟੀ ਹੈ, ਕੀ ਹੁਣ ਉਹ ਤਰੀਕਾ ਬੰਬਈ ਜਾ ਕੇ ਭੁਗਤੇਗੀ? ਇਹੋ ਜਿਹੇ ਬਹੁਤ ਸਾਰੇ ਖੱਜਲ ਖੁਆਰੀ ਪੈਂਤੜੇ ਕਾਰਪੋਰੇਟ ਹਾਊਸਿਸ ਕੋਲੇ ਹੈਗੇ ਨੇ। ਇਹ ਸਾਰੇ ਕੁਛ ਦੇ ਵਿੱਚ ਮੈਨੂੰ ਸਮਝ ਲੱਗਦਾ ਕਿ ਇੱਕ ਲਾਈਨ ਖਿੱਚਣੀ ਪੈਣੀ ਹੈ। ਜਿੱਥੋਂ ਤੱਕ ਪੰਜਾਬ ਦੀ ਗੱਲ, ਪੰਜਾਬ ਦੇ ਪੋਲੀਟੀਕਲ ਸਿਨੈਰੀਓ ਦੀ ਗੱਲ, ਅੱਜ ਪੰਜਾਬ ਦਾ ਪੋਲੀਟੀਕਲ ਸਿਨੈਰੀਓ ਬੜੀ ਤੇਜ਼ੀ ਨਾਲ ਬਦਲਿਆ ਹੋਇਆ। ਕਿਸਾਨ ਜਥੇਬੰਦੀਆਂ ਨੇ ਪੋਲੀਟੀਕਲ ਪਾਰਟੀਆਂ ਨੂੰ ਆਪਣੀ ਬਿਯੋਂਡ ਲਾਈਨ ਖਿੱਚ ਕੇ ਆਪਣੇ ਮਗਰ ਲਾ ਲਿਆ। ਇਕੱਲੀ BJP ਅਲੱਗ ਥਲੱਗ ਪਈ ਹੈ। ਅਕਾਲੀ ਪਾਰਟੀ ਜਿਹੜੀ BJP ਦੀ ਕਿਸੇ ਹੱਦ ਤੱਕ ਸਪੋਕਸ ਪਰਸਨ ਵਜੋਂ ਕੰਮ ਕਰਦੀ ਸੀ, ਉਹ ਵੀ ਮੋੜਾ ਕੱਟ ਕੇ ਇਹਨਾਂ ਬਿੱਲਾਂ ਨੂੰ ਨਿੰਦਣ ਲੱਗ ਪਈ ਹੈ। ਔਰ ਹੁਣ ਸਵਾਲ ਇਹ ਬਣਦਾ ਹੈ ਕਿ ਕਿਸਾਨੀ ਜਿਹੜੀ ਇੱਕ ਵੱਡੀ ਸ਼ਕਤੀ ਬਣ ਕੇ ਉੱਭਰ ਰਹੀ ਹੈ, ਔਰ ਇਹਦੇ ਵਿੱਚ ਕਿਸਾਨੀ ਜਿਹੜੀਆਂ ਧਿਰਾਂ ਨੇ ਵੱਖ-ਵੱਖ ਰਾਜਨੀਤਿਕ ਵਿਚਾਰਧਾਰਾ ਦੀ ਪੈਰਵੀ ਕਰਦੀਆਂ ਨੇ। ਔਰ 31-32 ਜਿਹੜੀ ਕਿਸਾਨ ਯੂਨੀਅਨ ਨੇ, ਇਹ ਇਕੱਲੀ ਕਿਸਾਨ ਯੂਨੀਅਨ ਦਾ ਜੁੱਟ ਨਹੀਂ,
ਇਹ ਵੱਖ-ਵੱਖ ਰਾਜਨੀਤਿਕ ਵਿਚਾਰਧਾਰਾਵਾਂ ਦਾ ਜੁੱਟ ਹੈ ਜਿਹੜੀ ਇਕੱਲੇ ਕਿਸਾਨੀ ਮੰਗਾਂ 'ਤੇ ਕੇਂਦਰਿਤ ਹੋਈ ਹੈ। ਔਰ ਇਹ ਸ਼ੁਭ ਸੰਕੇਤ ਹੈ, ਇੱਕ ਰਸਤਾ ਹੈ ਪੰਜਾਬ ਨੂੰ ਕਿ ਜੇ ਕਿਸਾਨੀ ਜਥੇਬੰਦੀਆਂ ਐਡੇ ਵੱਡੇ ਪੋਲੀਟੀਕਲ ਵਖਰੇਵੇਂ ਹੋਣ ਦੇ ਬਾਵਜੂਦ ਕਿਸਾਨੀ ਮੰਗਾਂ ਦੇ ਉੱਤੇ ਇੱਕ ਜੁੱਟ ਹੋ ਸਕਦੀਆਂ ਨੇ, ਤਾਂ ਫਿਰ ਜਿਹੜੇ ਪੰਜਾਬ ਦੇ ਬਾਕੀ ਮਸਲੇ ਨੇ, ਪੋਲੀਟੀਕਲ ਮਸਲੇ ਨੇ, ਸਾਡੀ ਬੋਲੀ ਨਾਲ ਸੰਬੰਧਿਤ ਮਸਲੇ ਨੇ, ਸਾਡੇ ਭੂਗੋਲਿਕ ਮਸਲੇ ਨੇ, ਸਾਡੇ ਸੱਭਿਆਚਾਰਕ ਮਸਲੇ ਨੇ, ਸਾਡੇ ਧਾਰਮਿਕ ਮਸਲੇ ਨੇ, ਇਹਨਾਂ ਸਾਰਿਆਂ ਦੇ ਉੱਤੇ ਵੀ ਇਹੋ ਜਿਹੀ ਇੱਕ ਏਕਤਾ ਜਾਂ ਜੁੱਟ ਬੱਝਣਾ ਚਾਹੀਦਾ। ਔਰ ਇਸ ਕਰਕੇ ਬੱਝਣਾ ਚਾਹੀਦਾ ਕਿ 22 ਬੜੀ ਨੇੜੇ ਆ ਰਹੀ ਹੈ। ਅਸੀਂ 117 MLA ਨਹੀਂ ਚੁਣਨੇ, ਅਸੀਂ 117 ਉਹ ਬੰਦੇ ਚੁਣਨੇ ਨੇ ਜਿਨ੍ਹਾਂ ਦੇ ਹਵਾਲੇ ਪੰਜਾਬ ਦੀ ਤਕਦੀਰ ਹਵਾਲੇ ਕਰਨੀ ਹੈ, ਪੰਜਾਬ ਦੇ ਭਵਿੱਖ ਲਿਖਣ ਲਈ ਉਹਨਾਂ ਨੂੰ ਕਲਮ ਫੜਾਉਣੀ ਹੈ। ਕੀ ਪੰਜਾਬ ਇਹੋ ਜਿਹੇ 117 ਬੰਦੇ ਨਹੀਂ ਚੁਣ ਸਕਦਾ ਜਿਹੜੇ ਸਿਰਫ ਤਾਂ ਸਿਰਫ ਪੰਜਾਬ ਦੀ ਆਰਥਿਕ, ਰਾਜਨੀਤਿਕ, ਸੱਭਿਆਚਾਰਕ, ਬੋਲੀ, ਭਾਸ਼ਾਈ ਅਤੇ ਹੋਰ ਜਿਹੜੇ ਮਾਮਲੇ ਹੱਲ ਕਰਨ ਲਈ ਵਚਨਬੱਧ ਹੋਣ, ਸਮਰਪਿਤ ਹੋਣ। ਇਹ ਇੱਕ ਮਸਲਾ ਹੈ, ਕਿਉਂਕਿ ਹੁਣ ਤੱਕ ਜਿੰਨੀਆਂ ਵੀ ਸਾਡੀਆਂ ਰਵਾਇਤੀ ਪਾਰਟੀਆਂ ਨੇ ਇਹ ਸਾਰੀਆਂ ਡੰਪ ਯਾਰਡ 'ਚ ਪਈਆਂ ਹੋਈਆਂ, ਇਹ ਡੰਪ ਯਾਰਡ 'ਚ ਪੈ ਗਈਆਂ ਨੇ। ਇਹਨਾਂ 'ਤੇ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ, ਲੋਕ ਇਹਨਾਂ 'ਤੇ ਵਿਸ਼ਵਾਸ ਨਹੀਂ ਕਰਦੇ, ਮਜਬੂਰੀ ਕਾਰਨ ਇੱਕ ਜਾਂ ਦੂਜੇ ਨੂੰ ਚੁਣਦੇ ਨੇ। ਤੀਜੀ ਧਿਰ ਵੀ ਆਈ, ਪਰ ਤੀਜੀ ਧਿਰ ਵੀ ਇਸੇ ਸਥਾਪਿਤ ਸੋ ਕਾਲਡ ਮੁੱਖ ਧਾਰਾ, ਮੁੱਖ ਰਾਜਨੀਤਿਕ ਕਲਚਰ ਦਾ ਹੀ ਹਿੱਸਾ ਬਣ ਕੇ ਰਹਿ ਗਈ ਹੈ। ਔਰ ਉਹਨੇ ਪੰਜਾਬੀਆਂ ਦੇ, ਵਿਸ਼ੇਸ਼ ਕਰਕੇ ਨੌਜਵਾਨਾਂ ਦੇ ਸੁਪਨਿਆਂ ਨੂੰ ਤੋੜ ਦਿੱਤਾ। ਇਹ ਸਾਰਾ ਕੁਛ ਇੱਕ ਮੈਨੂੰ ਇਉਂ ਲੱਗਦਾ ਇਹ ਬਹਿਸ ਗੋਚਰੇ ਹੋਣਾ ਚਾਹੀਦਾ। ਔਰ ਇਕੱਲੇ 117 ਨਹੀਂ, ਇੱਕ ਦੋ ਹੋਰ ਸਾਲਾਂ ਨੂੰ ਅਸੀਂ 20 MP ਵੀ ਭੇਜਣੇ ਨੇ। ਔਰ ਇਹ ਸਾਰੇ ਕੁਛ ਦੇ ਉੱਤੇ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਅੱਜ ਦਾ ਬੰਦ ਹੈ, ਇਹ ਬਹੁਤ ਸਾਰਾ ਕੁਛ ਮੈਸੇਜ ਆਪਣੇ ਇਸ ਵਿੱਚ ਸਮੋਈ ਬੈਠਾ ਹੈ। ਭਵਿੱਖ ਦੇ ਬਹੁਤ ਸਾਰੇ ਸੰਕੇਤ ਇਹਦੇ ਵਿੱਚੋਂ ਸਾਹਮਣੇ ਨਿਕਲ ਕੇ ਆ ਰਹੇ ਨੇ। ਮੈਂ ਗੱਲ ਕਰਾਂ, ਕੋਈ ਇਹ ਕਹਿ ਰਿਹਾ ਕਿ ਨਵਜੋਤ ਸਿੱਧੂ ਵੀ ਕੱਲ੍ਹ ਗਰਜਿਆ ਔਰ ਉਹਨੇ ਬੜੇ ਬੁਲੰਦ ਜਿਹੜਾ ਆਪਣਾ ਮੁਜ਼ਾਹਰਾ ਕੀਤਾ। ਪਰ ਇਹਦੇ ਵਿੱਚ ਇੱਕ ਗੱਲ ਜਿਹੜੀ ਵਿਸ਼ੇਸ਼ ਨੋਟਿਸ ਲੈਣ ਵਾਲੀ ਹੈ ਉਹ ਇਹ ਕਿ ਇਹਦੇ ਵਿੱਚੋਂ ਕਾਂਗਰਸੀ ਕਲਚਰ, ਕਾਂਗਰਸੀ ਰੰਗ, ਕਾਂਗਰਸੀ ਨੁਮਾਇੰਦਗੀ ਗਾਇਬ ਸੀ। ਕੀ ਇਹ ਵੀ ਇੱਕ ਸੰਕੇਤ ਹੈ? ਬਹੁਤ ਸਾਰੇ ਸੰਕੇਤ ਕਿਸਾਨੀ ਦੇ ਸੰਘਰਸ਼ ਦੇ ਹਵਾਲੇ ਨਾਲ ਸਾਹਮਣੇ ਆ ਰਹੇ ਨੇ, ਅਤੇ ਇਹਨਾਂ ਸੰਕੇਤਾਂ ਨੂੰ ਸਮਝਣਾ ਅੱਜ ਦੇ ਜਿਹੜੇ ਸਾਡੇ ਦਾਨਸ਼ਵਰ ਨੇ, ਵਿਚਾਰਵਾਨ ਨੇ, ਕਲਮਕਾਰ ਨੇ, ਪੱਤਰਕਾਰ ਨੇ, ਲੇਖਕ ਨੇ, ਗੀਤਕਾਰ ਨੇ, ਗਾਇਕ ਨੇ, ਹੋਰ ਜਿਹੜੇ ਇਸ ਪੰਜਾਬ ਦੇ ਭਲੇ ਦਾ ਸੋਚਣ ਵਾਲੇ ਨੇ, ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਮੁੱਦੇ ਨੂੰ, ਇਸ ਲਾਈਨ ਨੂੰ ਸੰਬੋਧਨ ਹੋ ਕੇ ਕੁਝ ਚੰਗਾ ਕੱਢਣ ਦਾ ਯਤਨ ਕੀਤਾ ਜਾਵੇ। ਕਿਉਂਕਿ ਜੋ ਮੌਜੂਦਾ ਸਾਡਾ ਪੰਜਾਬ ਜਿਹੜੇ ਮੌਜੂਦਾ ਦੌਰ ਵਿੱਚੋਂ ਗੁਜ਼ਰ ਰਿਹਾ, ਇਹ ਸੱਚਮੁੱਚ ਬਹੁਤ ਭੈੜਾ ਦੌਰ ਹੈ। ਇਹ ਸਾਡੇ ਸੁਪਨਿਆਂ ਦਾ ਦੌਰ ਨਹੀਂ ਸੀ, ਇਹ ਸਾਡੇ ਵਡੇਰਿਆਂ ਦਾ ਸੁਪਨਿਆਂ ਦਾ ਦੌਰ ਨਹੀਂ ਸੀ, ਇਹ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਦੌਰ ਨਹੀਂ ਸੀ। ਅਸੀਂ ਆਪਦੇ ਵਡੇਰਿਆਂ ਦੇ, ਆਪਦੇ ਸ਼ਹੀਦਾਂ ਦੇ ਸੁਪਨਿਆਂ ਦੇ ਕਾਤਲ ਬਣਦੇ ਜਾ ਰਹੇ ਹਾਂ। ਕੁਝ ਦਿਨਾਂ ਨੂੰ ਅਸੀਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਵਾਂਗੇ, ਵੱਡੇ ਵੱਡੇ ਲੈਕਚਰ ਕਰਾਂਗੇ,
ਵੱਡੇ ਵੱਡੇ ਪ੍ਰਵਚਨ ਕਰਾਂਗੇ। ਸ਼ਹੀਦ ਦੇ ਅਸੀਂ ਆਹ ਲੱਗਦੇ ਹਾਂ, ਸ਼ਹੀਦ ਦੇ ਅਸੀਂ ਉਹ ਲੱਗਦੇ ਹਾਂ, ਸ਼ਹੀਦ ਦੇ ਸੁਪਨਿਆਂ ਦੇ ਅਸੀਂ ਆਹ ਕਰਾਂਗੇ, ਸ਼ਹੀਦੋ ਤੁਹਾਡੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ, ਵਗੈਰਾ ਵਗੈਰਾ ਬੜੇ ਕੁਛ ਅਸੀਂ ਦਾਅਵੇ ਕਰਾਂਗੇ, ਬਥੇਰਾ ਕੁਛ ਅਸੀਂ ਪੋਜ ਕਰਾਂਗੇ। ਅਸੀਂ ਟ੍ਰੇਡਮਾਰਕ ਤੌਰ 'ਤੇ ਸ਼ਹੀਦ ਭਗਤ ਸਿੰਘ ਨੂੰ ਵਰਤ ਰਹੇ ਹਾਂ, ਪਰ ਸੱਚਮੁੱਚ ਇੱਦਾਂ ਨਹੀਂ ਦੋਸਤੋ। ਅਸੀਂ ਸਾਰੇ ਕਾਤਲ ਹੈ ਸ਼ਹੀਦ ਭਗਤ ਸਿੰਘ ਦੀ ਸੋਚ ਦੇ, ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ, ਮੁਲਕ ਦੇ। ਸੋ ਦੋਸਤੋ, ਅੱਜ ਕਿਸਾਨ ਬੰਦ ਦੇ ਆਯੋਜਕਾਂ ਨੂੰ, ਪ੍ਰਬੰਧਕਾਂ ਨੂੰ, ਜਿੱਥੇ ਮੈਂ ਆਪਣੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਧੰਨਵਾਦ ਦੇਣਾ ਚਾਹੁੰਦਾ, ਮੁਬਾਰਕਬਾਦ ਦੇਣਾ ਚਾਹੁੰਦਾ, ਉੱਥੇ ਮੈਂ ਆਸ ਰੱਖਦਾ ਕਿ ਜਿਹੜੀ ਏਕਤਾ ਦਾ ਮੁਜ਼ਾਹਰਾ ਅੱਜ ਉਹਨਾਂ ਨੇ ਕੀਤਾ ਹੈ, ਭਵਿੱਖ ਵਿੱਚ ਵੀ ਉਹ ਜਾਰੀ ਨਾ ਰੱਖਣ, ਸਗੋਂ ਇਹਨੂੰ ਅੱਗੇ ਵਧਾਉਣ। ਅਤੇ ਜਿਹੜੇ ਮਸਲਿਆਂ ਦੀ ਮੈਂ ਚਰਚਾ ਕੀਤੀ ਹੈ, ਉਸ ਮਸਲਿਆਂ ਦਾ ਹੱਲ ਵੀ ਇਸੇ ਚੌਕਠ ਦੇ ਵਿੱਚੋਂ ਰੱਖ ਕੇ ਕੱਢਣ ਦਾ ਯਤਨ ਕਰਨ। ਇਸ ਨੋਟ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਨ ਦਾ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ। ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਮੁੱਦੇ ਨੂੰ ਲੈ ਕੇ। ਮੇਰੀ ਗੱਲ ਚੰਗੀ ਲੱਗੀ ਲਾਇਕ ਕਰਿਓ, ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਅਤੇ ਮੈਂ ਤੁਹਾਡੇ ਸੁਝਾਵਾਂ ਦਾ, ਤੁਹਾਡੇ ਕਮੈਂਟਸ ਦਾ ਬੇਸਬਰੀ ਨਾਲ ਉਡੀਕ ਕਰ ਰਿਹਾ, ਕਿਉਂਕਿ ਮੈਨੂੰ ਤੁਹਾਡੇ ਕਮੈਂਟਸ ਮੇਰੇ ਲਈ ਰਾਹ ਦਰਸੇਵਾ ਹੋਣਗੇ, ਮੇਰੇ ਮਾਰਗਦਰਸ਼ਨ ਹੋਣਗੇ। ਫਿਲਹਾਲ ਇਜਾਜ਼ਤ, ਧੰਨਵਾਦ। ਖੁਸ਼ ਰਹੋ, ਆਬਾਦ ਰਹੋ, ਆਪਣਾ ਖਿਆਲ ਰੱਖਿਓ, ਆਪਣਿਆਂ ਦਾ ਖਿਆਲ ਰੱਖਿਓ। ਜ਼ਿੰਦਗੀ ਜਿੰਦਾਬਾਦ।